ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲਸ ਵਿੱਚ ਤੁਹਾਡਾ ਸਵਾਗਤ ਹੈ। ਜੇਕਰ ਤੁਸੀਂ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨਾਲ ਮਿਲਦੇ ਰਹਿਣ। ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ। ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 12ਵੀਂ ਪਾਠ 3 ਕੰਪਿਊਟਰ ਨੈਟਵਰਕ ਵਿੱਚ ਇਸ ਪਾਠ ਦੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਅਤੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਪੜਾਂਗੇ। ਇਹ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਕੰਪਿਊਟਰ ਨੈਟਵਰਕ ਹੁੰਦਾ ਕੀ ਹੈ। ਕੰਪਿਊਟਰ ਨੈਟਵਰਕ ਦਾ ਮਤਲਬ ਜਦੋਂ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਿਆ ਜਾਂਦਾ ਹੈ ਤਾਂ ਉਸ ਨੂੰ ਕੰਪਿਊਟਰ ਨੈਟਵਰਕ ਕਿਹਾ ਜਾਂਦਾ ਹੈ। ਇਸ ਪਾਠ ਵਿੱਚ ਅਸੀਂ ਕੰਪਿਊਟਰ ਨੈਟਵਰਕ ਬਾਰੇ ਪੜਾਂਗੇ। ਦੈਨ ਨੈਟਵਰਕ ਬਣਾਉਣ ਲਈ ਕਿਹੜੇ-ਕਿਹੜੇ ਜੰਤਰ ਵਰਤੇ ਜਾਂਦੇ ਹਨ ਉਹਨਾਂ ਬਾਰੇ ਪੜਾਂਗੇ। ਤੇ ਆਓ ਦੇਖਦੇ ਹਾਂ। ਸਭ ਤੋਂ ਪਹਿਲਾਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈ ਨੈਟਵਰਕ ਕੀ ਹੁੰਦਾ ਹੈ। ਨੈਟਵਰਕ ਜਾਂ ਕੰਪਿਊਟਰ ਨੈਟਵਰਕ ਇਸ ਦਾ ਸੇਮ ਆਨਸਰ ਹੈ। ਜਦੋਂ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਿਆ ਜਾਂਦਾ ਹੈ ਤਾਂ ਉਸ ਨੂੰ ਨੈਟਵਰਕ ਕਿਹਾ ਜਾਂਦਾ ਹੈ। ਕੰਪਿਊਟਰ ਨੈਟਵਰਕ ਦੀ ਵਰਤੋਂ ਸੂਚਨਾ ਦੀ ਸਾਂਝ ਅਤੇ ਡਾਟਾ ਦੇ ਸੰਚਾਰ ਲਈ ਕੀਤੀ ਜਾਂਦੀ ਹੈ। ਨੀਚੇ ਤੁਹਾਨੂੰ ਇੱਕ ਪਿਕਚਰ ਨਜ਼ਰ ਆ ਰਹੀ ਹੈ। ਕੰਪਿਊਟਰ ਨੈਟਵਰਕ ਕੁਝ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਕਾਫੀ ਜ਼ਿਆਦਾ ਕੰਪਿਊਟਰ ਆਪਸ ਵਿੱਚ ਜੋੜ ਦਿੱਤੇ ਜਾਂਦੇ ਨੇ ਤਾਂ ਉਸ ਨੂੰ ਨੈਟਵਰਕ ਕਿਹਾ ਜਾਂਦਾ ਜਾਂ ਕੰਪਿਊਟਰ ਨੈਟਵਰਕ ਕਿਹਾ ਜਾਂਦਾ ਹੈ। ਬਟ ਕੰਪਿਊਟਰਾਂ ਨੂੰ ਆਪਸ ਵਿੱਚ ਡਾਇਰੈਕਟ ਨਹੀਂ ਜੋੜਿਆ ਜਾ ਸਕਦਾ। ਉਹਦੇ ਲਈ ਕੁਝ ਨੈਟਵਰਕ ਜੰਤਰ ਵਰਤੇ ਜਾਂਦੇ ਨੇ ਜਿੱਦਾਂ ਹੱਬ, ਸਵਿਚ ਵਗੈਰਾ। ਉਹ ਅਸੀਂ ਇਸ ਪਾਠ ਵਿੱਚ ਪੜਾਂਗੇ। ਇਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਜਿੱਦਾਂ ਮੋਬਾਈਲ ਨੈਟਵਰਕ, ਮੋਬਾਈਲ ਦਾ ਨੈਟਵਰਕ ਅਲੱਗ ਹੈ, ਟੈਲੀਫੋਨ ਨੈਟਵਰਕ, ਲੈਂਡਲਾਈਨ ਦਾ ਨੈਟਵਰਕ ਅਲੱਗ ਹੈ। ਇਸ ਤਰ੍ਹਾਂ ਤੁਸੀਂ ਮੋਬਾਈਲ ਦੇ ਅੰਦਰ ਅਲੱਗ-ਅਲੱਗ ਕੰਪਨੀਜ਼ ਦੇ ਨੈਟਵਰਕ ਯੂਜ਼ ਕਰਦੇ ਹੋ ਤੇ ਇਹ ਸਾਰੇ ਕੀ ਹੈ, ਇਹ ਸਾਰੇ ਕੀ ਹੈਗੇ ਨੇ ਨੈਟਵਰਕ। ਤੇ ਨੰਬਰ 2 ਹੈ ਵੱਖ-ਵੱਖ ਕਿਸਮ ਦੀਆਂ OSI ਲੇਅਰਾਂ ਬਾਰੇ ਲਿਖੋ। ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ OSI ਦਾ ਮਤਲਬ ਕੀ ਹੈ। OSI ਇੱਕ ਮਾਡਲ ਹੈ ਜਿਸ ਦਾ ਪੂਰਾ ਨਾਮ ਹੈ ਓਪਨ ਸਿਸਟਮ ਇੰਟਰਕਨੈਕਸ਼ਨ। ਇਹ ਮਾਡਲ ਕਿਸੇ ਵੀ ਨੈਟਵਰਕ ਵਿੱਚ ਦੋ ਯੂਜ਼ਰ ਦੇ ਵਿਚਕਾਰ ਸੰਚਾਰ ਦੇ ਲਈ ਇੱਕ ਰੈਫਰੈਂਸ ਦਾ ਕੰਮ ਕਰਦਾ ਹੈ। ਮਤਲਬ ਕਿ ਨੈਟਵਰਕ ਵਿੱਚ ਜੇਕਰ ਦੋ ਯੂਜ਼ਰ ਆਪਸ ਵਿੱਚ ਕਮਿਊਨੀਕੇਸ਼ਨ ਕਰਨਾ ਚਾਹੁੰਦੇ ਨੇ ਤਾਂ ਉਹਦੇ ਵਿੱਚ ਇੱਕ ਰੈਫਰੈਂਸ ਦਾ ਕੰਮ ਕਰਦਾ ਹੈ। ਇਸ ਦੀਆਂ 7 ਲੇਅਰਸ ਜਾਂ ਪਰਤਾਂ ਹੁੰਦੀਆਂ ਹਨ। ਮੀਨਸ ਕਿ ਜਿਹੜਾ ਪੂਰਾ ਨੈਟਵਰਕ ਹੈ, ਕੰਪਿਊਟਰ ਨੈਟਵਰਕ ਹੈ, ਉਹ OSI ਲੇਅਰਾਂ ਦੇ ਉੱਤੇ ਆਧਾਰਿਤ ਹੈ। ਉਹ 7 ਲੇਅਰਸ ਕਿਹੜੀਆਂ ਨੇ? ਐਪਲੀਕੇਸ਼ਨ ਲੇਅਰ, ਪ੍ਰੈਜੈਂਟੇਸ਼ਨ ਲੇਅਰ, ਸੈਸ਼ਨ ਲੇਅਰ, ਟਰਾਂਸਪੋਰਟ ਲੇਅਰ, ਨੈਟਵਰਕ ਲੇਅਰ, ਡਾਟਾ ਲਿੰਕ ਲੇਅਰ ਤੇ ਫਿਜ਼ੀਕਲ ਲੇਅਰ। ਇਹ ਸਾਰੀਆਂ ਲੇਅਰਸ ਦਾ, ਸਾਰੀਆਂ ਪਰਤਾਂ ਦਾ ਪੂਰੇ ਨੈਟਵਰਕ ਵਿੱਚ ਵੱਖਰਾ-ਵੱਖਰਾ ਕੰਮ ਹੈ। ਤੇ ਪ੍ਰਸ਼ਨ ਨੰਬਰ 3 ਹੈ ਬ੍ਰਿਜ ਕੀ ਹੈ। ਬ੍ਰਿਜ ਇੱਕ ਨੈਟਵਰਕਿੰਗ ਜੰਤਰ ਹੈ ਜੋ ਨੈਟਵਰਕ ਬਣਾਉਣ ਦੇ ਕੰਮ ਆਉਂਦਾ ਹੈ। ਇਹ ਇੱਕ ਅਜਿਹਾ ਜੰਤਰ ਹੈ ਜੋ ਦੋ ਵੱਖਰੇ ਲੋਕਲ ਏਰੀਆ ਨੈਟਵਰਕਾਂ ਨੂੰ ਆਪਸ ਵਿੱਚ ਜੋੜਨ ਲਈ ਵਰਤਿਆ ਜਾਂਦਾ ਹੈ। ਲੋਕਲ ਏਰੀਆ ਨੈਟਵਰਕ ਨੂੰ ਈਥਰਨੈਟ ਵੀ ਕਿਹਾ ਜਾਂਦਾ ਹੈ। ਮਤਲਬ ਕਿ ਜਿੱਦਾਂ ਮੰਨ ਲਓ ਕਿ ਸਾਡੇ ਕੋਲ ਦੋ ਨੈਟਵਰਕ ਹੈਗੇ ਹੈ। ਇੱਕ ਮੰਨ ਲਓ ਸਾਡੇ ਸਕੂਲ ਦੀ ਲੈਬ ਹੈ, ਇੱਕ ਮੰਨ ਲਓ ਆਫਿਸ ਦੀ ਲੈਬ ਹੈ। ਜੇ ਦੋਨਾਂ ਨੂੰ ਆਪਸ 'ਚ ਇੰਟਰਕਨੈਕਟ ਕਰਨਾ ਹੈ ਤੇ ਉਹ ਆਪਾਂ ਡਾਇਰੈਕਟ ਨਹੀਂ ਕਰ ਸਕਦੇ ਤੇ ਉਹਦੇ ਲਈ ਕੀ ਚਾਹੀਦਾ? ਬ੍ਰਿਜ। ਬ੍ਰਿਜ ਉਸ OSI ਮਾਡਲ ਦੀ ਡਾਟਾ ਲਿੰਕ ਲੇਅਰ ਤੇ ਕੰਮ ਕਰਦਾ ਹੈ। ਇਹ ਡਾਟਾ ਲਿੰਕ ਲੇਅਰ ਤੇ ਡਾਟਾ ਪੈਕੇਟਸ ਨੂੰ ਫਿਲਟਰਿੰਗ ਕਰਨ ਦਾ ਕੰਮ ਕਰਦਾ ਹੈ। ਡਾਟਾ ਪੈਕੇਟ ਦੇ ਬਾਰੇ ਦੱਸਣਾ ਚਾਹਾਂਗਾ ਕਿ ਨੈਟਵਰਕ ਵਿੱਚ ਜਿੰਨੀ ਵੀ ਸੂਚਨਾ ਜਾਂਦੀ ਹੈ ਉਹ ਡਾਟਾ ਪੈਕੇਟ ਦੇ ਰੂਪ 'ਚ ਜਾਂਦੀ ਹੈ ਤੇ ਬ੍ਰਿਜ ਕੀ ਕਰਦਾ ਹੈ? ਪੈਕੇਟਸ ਨੂੰ ਫਿਲਟਰ ਕਰਦਾ ਹੈ। ਇਹ 2 ਪੋਰਟ ਜੰਤਰ ਹੈ। 2 ਪੋਰਟ ਮਤਲਬ ਇਸ ਦੀ ਸਿੰਗਲ ਇਨਪੁਟ ਅਤੇ ਸਿੰਗਲ ਆਉਟਪੁੱਟ ਪੋਰਟ ਹੁੰਦੀ ਹੈ। ਨੀਚੇ ਤੁਹਾਨੂੰ ਡਾਇਗਰਾਮ ਦਿਖਾਈ ਦੇ ਰਿਹਾ। ਜਿਵੇਂ ਪਹਿਲੇ ਤੁਹਾਨੂੰ ਦੱਸਿਆ ਕਿ ਇਹ ਇੱਕ ਹੱਬ ਲੱਗੀ ਹੈ। ਹੱਬ ਇੱਕ ਜੰਤਰ ਹੈ ਜਿਹੜਾ ਨੈਟਵਰਕ ਬਣਾਉਣ ਦੇ ਕੰਮ ਆਉਂਦਾ ਹੈ। ਇਹਦੇ ਨਾਲ 3 ਕੰਪਿਊਟਰ ਅਟੈਚ ਹੈ। ਰਾਈਟ ਸਾਈਡ ਤੇ ਇੱਕ ਹੋਰ ਹੱਬ ਲੱਗੀ ਹੈ। ਇਹਦੇ ਨਾਲ ਇਹ 3 ਕੰਪਿਊਟਰ ਅਟੈਚ ਹੈ। ਹੁਣ ਮੰਨ ਲਓ ਕਿ ਅਸੀਂ ਇਹ ਦੋਨਾਂ ਨੈਟਵਰਕਾਂ ਨੂੰ ਆਪਸ 'ਚ ਜੋੜਨਾ ਹੈ, ਖੱਬੇ ਵਾਲੇ ਤੇ ਸੱਜੇ ਵਾਲੇ ਨੂੰ, ਤੇ ਉਹ ਅਸੀਂ ਡਾਇਰੈਕਟ ਨਹੀਂ ਜੋੜ ਸਕਦੇ। ਉਹਦੇ ਲਈ ਸਾਨੂੰ ਇੱਕ ਐਸੇ ਜੰਤਰ ਦੀ ਵਰਤੋਂ ਪਏਗੀ ਜਿਹੜਾ ਇਹਨੂੰ ਜੋੜੇਗਾ ਤੇ ਉਸ ਜੰਤਰ ਨੂੰ ਕੀ ਬੋਲਦੇ ਆ? ਬ੍ਰਿਜ। ਉਸ ਡਿਵਾਈਸ ਨੂੰ ਕੀ ਬੋਲਦੇ ਆ? ਬ੍ਰਿਜ। ਮਤਲਬ ਕਿ ਹੱਬ ਦੀ ਇੱਕ ਵਾਇਰ ਬ੍ਰਿਜ ਦੇ ਇਸ ਪਾਸੇ ਲੱਗ ਜਾਏਗੀ, ਦੂਜੀ ਇਸ ਪਾਸੇ ਲੱਗ ਜਾਏਗੀ ਤੇ ਜਿਹਦੇ ਨਾਲ ਕੀ ਹੋਏਗਾ? ਜਿਹੜੇ ਦੋ ਵੱਖ ਨੈਟਵਰਕ ਹੈ, ਦੋ ਵੱਖਰੇ ਨੈਟਵਰਕ ਹੈ, ਉਹ ਇੱਕੋ ਨੈਟਵਰਕ ਵਿੱਚ ਆ ਜਾਣਗੇ। ਕਿਹਦੀ ਮਦਦ ਨਾਲ? ਬ੍ਰਿਜ ਦੀ ਮਦਦ ਨਾਲ। ਤੇ ਕੁਐਸਚਨ ਨੰਬਰ 4 ਹੈ ਸਾਨੂੰ ਨੈਟਵਰਕ ਦੀ ਲੋੜ ਕਿਉਂ ਹੈ। ਮਤਲਬ ਕਿ ਨੈਟਵਰਕ ਦੀ ਕੀ ਜ਼ਰੂਰਤ ਹੈਗੀ ਹੈ। ਪਹਿਲਾ, ਸੂਚਨਾ ਦੇ ਸੰਚਾਰ ਲਈ। ਮਤਲਬ ਕਿ ਜੇਕਰ ਆਪਾਂ ਡਾਟਾ ਕਮਿਊਨੀਕੇਸ਼ਨ ਕਰਨਾ ਚਾਹੁੰਦੇ ਹਾਂ, ਸੂਚਨਾ ਦਾ ਸੰਚਾਰ ਕਰਨਾ ਚਾਹੁੰਦੇ ਹਾਂ, ਉਹਦੇ ਲਈ ਵਰਤੀ ਜਾਂਦੀ ਹੈ। ਜਿਵੇਂ ਕਿ ਈਮੇਲ, ਵੀਡੀਓ ਕਾਲ ਤੇ ਇੰਸਟੈਂਟ ਮੈਸੇਜਿੰਗ। ਈਮੇਲ ਜਿੱਦਾਂ Gmail ਤੋਂ ਅਸੀਂ ਮੇਲ ਕਰਦੇ ਹਾਂ। ਵੀਡੀਓ ਕਾਲ ਸਾਰਿਆਂ ਨੂੰ ਪਤਾ ਹੈ
कि अजकल असी फेसबुक तो WhatsApp तो वीडियो कॉल कर सकते हैं। इंस्टेंट मैसेजिंग उस टाइम मैसेज भेजना जिदे WhatsApp की मदद नाल भेज सकते हैं या मैसेंजर की मदद नाल भेज सकते हैं। नंबर 2 है ਵੱਖ-ਵੱਖ ਤਰ੍ਹਾਂ ਦੇ ਹਾਰਡਵੇਅਰ ਜੰਤਰ ਜਿਵੇਂ ਕਿ ਪ੍ਰਿੰਟਰ ਅਤੇ ਸਕੈਨਰ ਆਦि ਦੀ ਸਾਂਝ ਕਰਨ ਲਈ। ਮੰਨ ਲਓ ਕਿ ਸਾਡੇ ਕੋਲ ਸਟੈਂਡ ਅਲੋਨ 10 ਪੀਸੀ ਲੱਗੇ ਹੈ ਤੇ ਸਾਨੂੰ 10 ਪ੍ਰਿੰਟਰ ਚਾਹੀਦੀ ਹੈ ਜਾਂ 10 ਸਕੈਨਰ ਚਾਹੀਦੀ ਹੈ ਉਹਦੇ ਨਾਲ ਲਗਾਉਣ ਲਈ। ਬਟ ਜੇਕਰ ਸਾਡੇ ਕੋਲ ਨੈਟਵਰਕ ਵਿੱਚ 10 ਕੰਪਿਊਟਰ ਲੱਗੇ ਹੈ ਤੇ ਅਸੀਂ ਕੀ ਕਰਨਾ ਹੈ, ਕਿਸੇ ਇੱਕ ਕੰਪਿਊਟਰ ਨਾਲ ਜਿਹਨੂੰ ਸਰਵਰ ਕਹਿੰਦੇ ਆ ਉਹਦੇ ਨਾਲ ਪ੍ਰਿੰਟਰ ਤੇ ਸਕੈਨਰ ਲਗਾ ਦੇਣੇ ਆ ਤੇ ਬਾਕੀ ਜਿਹੜੇ 9 ਕੰਪਿਊਟਰ ਹੈਗੇ ਨੇ ਨੈਟਵਰਕ 'ਚ ਉਹ ਵੀ ਹੁਣ ਪ੍ਰਿੰਟਰ ਤੇ ਸਕੈਨਰ ਨੂੰ ਵਰਤ ਸਕਦੇ ਹਾਂ, ਜਿਹਦਾ ਸਾਡਾ ਖਰਚਾ ਉਹ ਘਟ ਜਾਂਦਾ ਹੈ। ਤੇ ਨੰਬਰ 3 ਹੈ ਫਾਈਲਾਂ ਦੀ ਸਾਂਝ ਕਰਨ ਲਈ। ਨੈਟਵਰਕ ਦੀ ਮਦਦ ਨਾਲ ਅਸੀਂ ਫਾਈਲਾਂ ਵੀ ਟ੍ਰਾਂਸਫਰ ਕਰ ਸਕਦੇ ਹਾਂ ਜਾਂ ਫਾਈਲਾਂ ਵੀ ਸ਼ੇਅਰ ਕਰ ਸਕਦੇ ਹਾਂ। ਨੰਬਰ 4 ਰਿਮੋਟ ਸਿਸਟਮ ਤੇ ਮੌਜੂਦ ਸੌਫਟਵੇਅਰ ਅਤੇ ਆਪਰੇਟਿੰਗ ਸਿਸਟਮ ਦੀ ਸਾਂਝ ਕਰਨ ਲਈ। ਇੱਥੇ ਰਿਮੋਟ ਸਿਸਟਮ ਦਾ ਮਤਲਬ ਹੈ ਸਰਵਰ, ਕਿ ਸਰਵਰ ਤੇ ਜਿਹੜੇ ਸੌਫਟਵੇਅਰ ਪਏ ਹੈ ਜਾਂ ਜਿਹੜਾ ਆਪਰੇਟਿੰਗ ਸਿਸਟਮ ਪਿਆ, ਚਾਹੇ ਵਿੰਡੋ 8 ਹੈ, 10 ਹੈ, 7 ਹੈ, ਕੋਈ ਵੀ ਹੈ, ਉਹਨੂੰ ਵੀ ਅਸੀਂ ਸ਼ੇਅਰ ਕਰ ਸਕਦੇ ਹਾਂ ਨੈਟਵਰਕ ਦੀ ਮਦਦ ਨਾਲ। ਤੇ ਕੁਐਸਚਨ ਨੰਬਰ 5 ਹੈ ਗਾਈਡਡ ਮੀਡੀਆ ਕੀ ਹੈ। ਗਾਈਡਡ ਦਾ ਮਤਲਬ ਹੁੰਦਾ ਜਿਸ 'ਚ ਤਾਰਾਂ ਦੀ ਵਰਤੋਂ ਹੋਵੇ। ਇਸ ਨੂੰ ਬਾਉਂਡਡ ਮੀਡੀਆ ਵੀ ਕਿਹਾ ਜਾਂਦਾ ਹੈ। ਇਸ ਮੀਡੀਆ ਵਿੱਚ ਡਾਟਾ ਦੇ ਸੰਚਾਰ ਲਈ ਤਾਰਾਂ ਦੀ ਵਰਤੋਂ ਹੁੰਦੀ ਹੈ। ਇਸ ਦੀ ਵਰਤੋਂ ਘੱਟ ਦੂਰੀ ਦੇ ਸੰਚਾਰ ਲਈ ਕੀਤੀ ਜਾਂਦੀ ਹੈ ਕਿਉਂਕਿ ਜੇ ਵੱਧ ਦੂਰੀ ਦੇ ਸੰਚਾਰ ਲਈ ਤਾਰਾਂ ਵਰਤਾਂਗੇ ਤਾਂ ਖਰਚਾ ਬਹੁਤ ਜ਼ਿਆਦਾ ਹੋਵੇਗਾ। ਉਦਾਹਰਨ ਵਜੋਂ ਟਵਿਸਟਡ ਪੇਅਰ ਕੇਬਲ। ਟਵਿਸਟਡ ਪੇਅਰ ਕੇਬਲ ਕੁਝ ਐਸੀ ਹੁੰਦੀ ਹੈ, ਇਹ 'ਚ 2 ਕਾਪਰ ਦੀਆਂ ਤਾਰਾਂ ਹੁੰਦੀਆਂ, 2 ਤਾਂਬੇ ਦੀਆਂ ਤਾਰਾਂ ਹੁੰਦੀਆਂ ਨੇ। ਇਸ ਦੀ ਵਰਤੋਂ ਟੈਲੀਫੋਨ ਨੈਟਵਰਕ ਵਿੱਚ ਕੀਤੀ ਜਾਂਦੀ ਹੈ। ਨੰਬਰ 2 ਹੈ ਕੋਐਕਸੀਅਲ ਕੇਬਲ। ਜਿਹੜੀ ਕੋਐਕਸੀਅਲ ਕੇਬਲ ਹੈ ਕੁਝ ਇਸ ਤਰ੍ਹਾਂ ਨਜ਼ਰ ਆਉਂਦੀ ਹੈ। ਇਹਦੇ ਵਿੱਚ ਬਾਹਰ ਇੱਕ ਆਊਟਸਾਈਡ ਇਨਸੂਲੇਸ਼ਨ ਮੋਟਾ ਪਲਾਸਟਿਕ ਲੱਗਿਆ ਹੈ, ਉਹਦੇ ਉੱਤੇ ਜਾਲੀ ਲੱਗੀ ਹੈ ਕਾਪਰ ਦੀ, ਉਹਦੇ ਉੱਤੇ ਫਿਰ ਇੱਕ ਇਨਸੂਲੇਸ਼ਨ ਇੱਕ ਹੋਰ ਪਲਾਸਟਿਕ ਦੀ ਜੈਕਟ ਚੜੀ ਹੈ, ਉਹਦੇ ਅੰਦਰ ਇੱਕ ਕਾਪਰ ਦੀ ਸਿੰਗਲ ਵਾਇਰ ਹੈ। ਤੇ ਕੋਐਕਸੀਅਲ ਕੇਬਲ ਦੀ ਵਰਤੋਂ ਕੇਬਲ ਟੀਵੀ ਨੈਟਵਰਕ ਵਿੱਚ ਕੀਤੀ ਜਾਂਦੀ ਹੈ। ਤੇ ਨੰਬਰ 3 ਹੈ ਓਪਟੀਕਲ ਫਾਈਬਰ। ਅੱਜ ਕੱਲ੍ਹ ਇਹ ਬਹੁਤ ਜ਼ਿਆਦਾ ਵਰਤੀ ਜਾ ਰਹੀ ਹੈ। ਕਿਉਂਕਿ ਇਸ ਦੀ ਡਾਟਾ ਭੇਜਣ ਦੀ ਸਪੀਡ ਬਹੁਤ ਜ਼ਿਆਦਾ ਹੈ। ਜੇ ਤੁਸੀਂ ਨਾ ਸੁਣਿਆ ਜੀਓ ਫਾਈਬਰ, ਨੈਟ ਪਲੱਸ ਦਾ ਕੇਬਲ ਜਾਂ BSNL ਫਾਈਬਰ ਕੇਬਲ, ਉਹ ਇਹੋ ਕੇਬਲ ਹੈ ਜਿਹੜੀ ਜ਼ਮੀਨ ਦੇ ਅੰਦਰ ਪੈਂਦੀ ਹੈ। ਜਿਹਦਾ ਟਵਿਸਟਡ ਪੇਅਰ 'ਚ 2 ਕੇਬਲਸ ਹੈ, ਕੋਐਕਸੀਅਲ ਕੇਬਲ 'ਚ 1 ਹੈ। ਇਹਦੇ 'ਚ ਮਲਟੀਪਲ ਕੇਬਲਸ ਹੁੰਦੀਆਂ ਤੇ ਇਹ ਲਾਈਟ ਨਾਲ ਕੰਮ ਕਰਦਾ, ਲੇਜ਼ਰ ਲਾਈਟ ਨਾਲ ਕੰਮ ਕਰਦੀ ਹੈ ਇਹ ਕੇਬਲ, ਜਿਸ ਨਾਲ ਨੈਟ ਦੀ ਸਪੀਡ, ਡਾਟਾ ਦੀ ਸਪੀਡ ਬਹੁਤ ਤੇਜ਼ ਹੋ ਜਾਂਦੀ ਹੈ। ਤੇ ਨੰਬਰ 6 ਹੈ ਅਨਗਾਈਡਡ ਮੀਡੀਆ ਕੀ ਹੈ। ਇਸ ਨੂੰ ਅਨਬਾਊਂਡਡ ਮੀਡੀਆ ਵੀ ਕਿਹਾ ਜਾਂਦਾ ਹੈ, ਮਤਲਬ ਕਿ ਇਹ ਵਾਇਰਲੈਸ ਮੀਡੀਆ। ਇਸ ਮੀਡੀਆ ਵਿੱਚ ਡਾਟਾ ਦੇ ਸੰਚਾਰ ਲਈ ਹਵਾਈ ਰਸਤਾ ਵਰਤਿਆ ਜਾਂਦਾ ਹੈ। ਇਸ ਦੀ ਵਰਤੋਂ ਵੱਧ ਦੂਰੀ ਦੇ ਸੰਚਾਰ ਲਈ ਕੀਤੀ ਜਾਂਦੀ ਹੈ। ਉਦਾਹਰਨ ਵਜੋਂ ਰੇਡੀਓ ਤਰੰਗਾਂ, ਮਾਈਕ੍ਰੋਵੇਵ, ਸੈਟੇਲਾਈਟ ਸਿਗਨਲ, ਵਾਈਫਾਈ, ਬਲੂਟੁੱਥ ਆਦਿ। ਜਿੱਦਾਂ ਤੁਹਾਨੂੰ ਦਿਖ ਰਿਹਾ ਇਹ ਰੇਡੀਓ ਤਰੰਗਾਂ ਹੈਗੀਆਂ, ਇਹ ਵਾਇਰਲੈਸ ਹੁੰਦੀਆਂ। ਸੈਟੇਲਾਈਟ ਬਸ ਸੁਣਿਆ ਹੋਣਾ ਤੁਸੀਂ ਕਿ ਡਿਸ਼ ਟੀਵੀ, ਜਿੱਦਾਂ ਡਿਸ਼ ਟੀਵੀ ਕਿੱਦਾਂ ਕੰਮ ਕਰਦਾ ਹੈ ਕਿ ਸੈਟੇਲਾਈਟ ਜਿਹੜਾ ਧਰਤੀ ਤੋਂ 45,000 ਉੱਪਰ ਸੈੱਟ ਕਰ ਦਿੱਤਾ ਜਾਂਦਾ ਹੈ ਤੇ ਡਿਸ਼ ਟੀਵੀ ਨੂੰ ਜੋ ਉਹਦੀ ਰੇਂਜ ਜਾਂਦੀ ਹੈ ਉਹ ਸੈਟੇਲਾਈਟ ਸਿਗਨਲ ਭੇਜਦਾ ਹੈ ਤੇ ਉਹਦੇ ਨਾਲ ਅਸੀਂ ਆਪਣੇ ਘਰ ਬੈਠ ਕੇ ਕੋਈ ਵੀ ਚੈਨਲ ਜਿਹੜੇ ਹੈ ਉਹ ਦੇਖ ਰਹੇ ਹਾਂ। ਉਸ ਤੋਂ ਬਾਅਦ ਆ ਵਾਈਫਾਈ। ਤੇ ਵਾਈਫਾਈ ਤੁਸੀਂ ਦੇਖਿਆ ਹੋਣਾ ਸਾਰਿਆਂ ਦੇ ਮੋਬਾਈਲ 'ਚ ਵਾਈਫਾਈ ਦਾ ਸਿਗਨਲ ਹੁੰਦਾ ਹੈ ਤੇ ਤੁਸੀਂ ਕਈ ਵਾਰ ਕੀ ਕਰਦੇ ਹੋ, ਤੁਹਾਡੇ ਵੱਲੋਂ ਨੈਟ ਪੈਕ ਖਤਮ ਹੋ ਜਾਂਦਾ, ਤੁਸੀਂ ਆਪਣੀ ਫਰੈਂਡ ਨੂੰ ਬੋਲਦੇ ਹੋ ਕਿ ਮੈਨੂੰ ਆਪਣਾ ਹੌਟਸਪੌਟ ਔਨ ਕਰੇ, ਨੈਟ ਔਨ ਕਰੇ, ਉਹ ਤੁਹਾਨੂੰ ਨੈਟ ਮਿਲ ਜਾਂਦਾ ਹੈ। ਉਸੇ ਤਰ੍ਹਾਂ ਜੇਕਰ ਤੁਹਾਡੇ ਘਰ ਵਾਈਫਾਈ ਮੋਡਮ ਲੱਗਾ ਹੈ ਤੇ ਤਾਂ ਤੁਸੀਂ ਵਾਈਫਾਈ ਦੀ ਮਦਦ ਨਾਲ ਉਹਨੂੰ ਚਲਾ ਸਕਦੇ ਹੋ। ਅੱਜ ਕੱਲ੍ਹ ਵਾਈਫਾਈ ਸਮਾਰਟ LCD ਵਗੈਰਾ 'ਚ ਵੀ ਆ ਗਿਆ ਹੈ। ਬਲੂਟੁੱਥ ਵੀ ਇੱਕ ਵਾਇਰਲੈਸ ਟੈਕਨੋਲੋਜੀ ਹੈ। ਇਹਦਾ ਆਈਕਨ ਕੁਝ ਇਸ ਤਰ੍ਹਾਂ ਹੁੰਦਾ ਹੈ, ਇਹ ਮੋਬਾਈਲ ਵਿੱਚ ਹੁੰਦਾ, ਤੁਸੀਂ ਦੇਖਿਆ ਹੋਣਾ ਕਿ ਇਹ ਘੱਟ ਦੂਰੀ ਦੇ ਸੰਚਾਰ ਲਈ ਜੇਕਰ ਅਸੀਂ ਵਾਇਰਲੈਸ ਡਾਟਾ ਭੇਜਣਾ ਹੈ ਉਹ ਭੇਜ ਸਕਦੇ ਹਾਂ, ਕਿ ਮੋਬਾਈਲ ਤੋਂ ਕੋਈ ਫਾਈਲ ਭੇਜਣੀ ਹੈ, ਫੋਟੋ ਭੇਜਣੀ, ਗਾਣਾ ਭੇਜਣਾ ਜਾਂ ਵੀਡੀਓ ਭੇਜਣਾ, ਬਟ ਇਸ ਦੀ ਰਫ਼ਤਾਰ ਜਿਹੜੀ ਹੈ ਉਹ ਘੱਟ ਹੁੰਦੀ ਹੈ। 7ਵਾਂ ਪ੍ਰਸ਼ਨ ਹੈ ਪ੍ਰੋਟੋਕੋਲ ਨੂੰ ਪਰਿਭਾਸ਼ਿਤ ਕਰੋ। ਇਹਨਾਂ ਨੂੰ ਨੈਟਵਰਕ ਪ੍ਰੋਟੋਕੋਲ ਵੀ ਕਿਹਾ ਜਾਂਦਾ ਹੈ। ਪ੍ਰੋਟੋਕੋਲ ਨਿਯਮਾਂ ਦਾ ਸਮੂਹ ਹਨ ਜੋ ਕੰਪਿਊਟਰ ਨੈਟਵਰਕ ਵਿੱਚ ਵਰਤੇ ਜਾਂਦੇ ਹਨ। ਪ੍ਰੋਟੋਕੋਲ ਇੱਕ ਆਸਾਨ, ਭਰੋਸੇਯੋਗ ਅਤੇ ਸੁਰੱਖਿਅਤ ਤਰੀਕੇ ਨਾਲ ਸੂਚਨਾ ਦੀ ਅਦਲਾ ਬਦਲੀ ਨੂੰ ਕੰਟਰੋਲ ਕਰਦੇ ਹਨ। ਤੇ ਪ੍ਰੋਟੋਕੋਲ ਬਾਰੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਪ੍ਰੋਟੋਕੋਲ ਦਾ ਮਤਲਬ ਕੀ ਹੈ, ਰੂਲਸ ਐਂਡ ਰੈਗੂਲੇਸ਼ਨਸ, ਮਤਲਬ ਕਿ ਨਿਯਮ, ਕਿ ਨੈਟਵਰਕ ਵਿੱਚ ਡਾਟਾ ਦੇ ਸੰਚਾਰ ਲਈ ਜਾਂ ਇੰਟਰਨੈਟ ਵਿੱਚ ਡਾਟਾ ਦੇ ਸੰਚਾਰ ਲਈ ਜਿਹੜੇ ਨਿਯਮ ਵਰਤੇ ਜਾਂਦੇ ਨੇ ਉਹਨਾਂ ਨੂੰ ਪ੍ਰੋਟੋਕੋਲ ਕਿਹਾ ਜਾਂਦਾ ਹੈ। ਉਦਾਹਰਨ ਵਜੋਂ ਜਿਹਦਾ HTTPS ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ ਸਿਕਿਉਰ ਸੌਕੇਟ ਲੇਅਰ। ਪਹਿਲੇ HTTP ਚੱਲਦਾ ਸੀ, ਹੁਣ S ਵਾਲਾ ਚੱਲਦਾ। ਕਿਉਂਕਿ ਜਿਹੜੇ HTTP ਵਾਲੇ ਸਾਈਟ ਸੀ ਉਹ ਸਿਕਿਉਰ ਨਹੀਂ ਹੈਗੀਆਂ ਤੇ HTTPS ਵਾਲੀ ਸਾਈਟਾਂ ਸਿਕਿਉਰ ਨੇ। FTP ਫਾਈਲ ਟ੍ਰਾਂਸਫਰ ਪ੍ਰੋਟੋਕੋਲ, ਇਹ ਪ੍ਰੋਟੋਕੋਲ ਫਾਈਲ ਨੂੰ ਡਾਊਨਲੋਡ ਜਾਂ ਅਪਲੋਡ ਕਰਨ ਲਈ ਵਰਤਿਆ ਜਾਂਦਾ ਹੈ। SMTP ਅਤੇ POP ਇਹ ਦੋਨੋਂ ਪ੍ਰੋਟੋਕੋਲ ਈਮੇਲ ਲਈ ਵਰਤੇ ਜਾਂਦੇ ਹਨ
ਤੇ SMTP ਦਾ ਮਤਲਬ ਹੁੰਦਾ ਸਿੰਪਲ ਮੇਲ ਟ੍ਰਾਂਸਫਰ ਪ੍ਰੋਟੋਕੋਲ ਤੇ POP ਦਾ ਮਤਲਬ ਹੁੰਦਾ ਪੋਸਟ ਆਫਿਸ ਪ੍ਰੋਟੋਕੋਲ। ਨੈਕਸਟ ਹੈ ਵੱਡੇ ਉੱਤਰਾਂ ਵਾਲੇ ਪ੍ਰਸ਼ਨ। ਤੇ ਪਹਿਲਾ ਪ੍ਰਸ਼ਨ ਹੈ ਨੈਟਵਰਕ ਯੰਤਰ ਕੀ ਹਨ? ਕਿਸੇ ਵੀ ਤਿੰਨ ਨੈਟਵਰਕ ਯੰਤਰਾਂ ਦਾ ਵਰਣਨ ਕਰੋ। ਨੈਟਵਰਕ ਯੰਤਰ ਉਹ ਹਾਰਡਵੇਅਰ ਯੰਤਰ ਹਨ ਜਿਨ੍ਹਾਂ ਦੀ ਵਰਤੋਂ ਨੈਟਵਰਕ ਬਣਾਉਣ ਲਈ ਕੀਤੀ ਜਾਂਦੀ ਹੈ। ਤੇ ਨੈਟਵਰਕ ਬਾਰੇ ਤੁਹਾਨੂੰ ਪਹਿਲੇ ਵੀ ਦੱਸ ਚੁੱਕੇ ਹਾਂ ਕਿ ਜਦੋਂ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਨੂੰ ਆਪਸ ਵਿੱਚ ਇੰਟਰਕਨੈਕਟ ਕੀਤਾ ਜਾਂਦਾ ਹੈ ਤਾਂ ਉਸ ਨੂੰ ਨੈਟਵਰਕ ਬੋਲਦੇ ਨੇ। ਤੇ ਨੈਟਵਰਕ ਬਣਾਉਣ ਲਈ ਜਿਹੜੇ ਯੰਤਰ ਵਰਤੇ ਜਾਂਦੇ ਹਨ ਉਹਨਾਂ ਨੂੰ ਬੋਲਦੇ ਹਨ ਨੈਟਵਰਕ ਯੰਤਰ। ਵੱਖ-ਵੱਖ ਕਿਸਮ ਦੇ ਨੈਟਵਰਕਾਂ ਵਿੱਚ ਹਬ, ਗੇਟਵੇ, ਰਾਊਟਰ, ਰਿਪੀਟਰ, ਬ੍ਰਿਜ, ਸਵਿਚ, ਬਰਾਊਟਰ ਆਦਿ ਨੈਟਵਰਕ ਯੰਤਰਾਂ ਦੀ ਵਰਤੋਂ ਹੁੰਦੀ ਹੈ। ਨੀਚੇ ਤੁਹਾਨੂੰ ਚਿੱਤਰ ਦਿਖਾਈ ਦੇ ਰਿਹਾ ਹੈ ਕਿ ਹਬ, ਗੇਟਵੇ, ਰਾਊਟਰ, ਰਿਪੀਟਰ, ਬ੍ਰਿਜ ਤੇ ਸਵਿਚ ਇਹ ਸਾਰੇ ਨੈਟਵਰਕ ਯੰਤਰ ਨੇ ਤੇ ਇਹਨਾਂ ਵਿੱਚੋਂ ਕਿਸੇ ਵੀ ਯੰਤਰ ਦੀ ਵਰਤੋਂ ਹੁੰਦੀ ਨਹੀਂ ਨੈਟਵਰਕ ਬਣਾਉਣ ਲਈ। ਨੈਟਵਰਕ ਯੰਤਰ ਹੇਠ ਲਿਖੇ ਅਨੁਸਾਰ ਹਨ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹਬ ਦੀ। ਇਹ ਬਹੁਤ ਹੀ ਮਸ਼ਹੂਰ ਨੈਟਵਰਕ ਯੰਤਰ ਹੈ ਜਿਹੜਾ ਆਮ ਤੌਰ ਤੇ ਨੈਟਵਰਕ ਬਣਾਉਣ ਲਈ ਵਰਤਿਆ ਜਾਂਦਾ ਹੈ। ਹਬ ਇੱਕ ਨੈਟਵਰਕ ਯੰਤਰ ਹੈ। ਇਸ ਦੀ ਵਰਤੋਂ ਕੰਪਿਊਟਰ ਨੈਟਵਰਕ ਬਣਾਉਣ ਲਈ ਕੀਤੀ ਜਾਂਦੀ ਹੈ। ਇਹ ਇੱਕ ਅਜਿਹਾ ਯੰਤਰ ਹੈ ਜੋ ਬਹੁਪੱਖੀ ਕੰਪਿਊਟਰਾਂ ਨੂੰ ਇਕਹਿਰੇ ਨੈਟਵਰਕ ਨਾਲ ਜੁੜਨ ਦੀ ਆਗਿਆ ਦਿੰਦਾ ਹੈ। ਮਤਲਬ ਕਿ ਜੇਕਰ ਅਸੀਂ ਬਹੁਤ ਜ਼ਿਆਦਾ ਕੰਪਿਊਟਰਾਂ ਨੂੰ ਇੱਕ ਨੈਟਵਰਕ ਵਿੱਚ ਜੋੜਨਾ ਹੈ ਉਹਦੇ ਲਈ ਹਬ ਵਰਤਦੇ ਹਾਂ। ਇਹ ਨੈਟਵਰਕ ਵਿੱਚ ਕੰਪਿਊਟਰਾਂ ਨੂੰ ਇੱਕ ਦੂਜੇ ਨਾਲ ਜੋੜਦਾ ਹੈ। ਹਬ ਇੱਕ ਪੋਰਟ ਤੋਂ ਪ੍ਰਾਪਤ ਹੋਏ ਡਾਟਾ ਪੈਕਟ ਨੂੰ ਕਾਪੀ ਕਰਨ ਦਾ ਕੰਮ ਕਰਦਾ ਹੈ। ਇਹ ਨੀਚੇ ਇੱਕ ਰੈਕਟੈਂਗੂਲਰ ਬਾਕਸ ਨਜ਼ਰ ਆ ਰਿਹਾ ਜਿਸ ਨੂੰ ਹਬ ਬੋਲਦੇ ਆ ਤੇ ਇਹਦੇ ਪਿੱਛੇ ਜਿਹੜੀ ਤੁਹਾਨੂੰ ਸਪੇਸ ਨਜ਼ਰ ਆ ਰਹੀ ਹੈ ਇਸ ਨੂੰ ਬੋਲਦੇ ਆ ਪੋਰਟ। ਇਹਦਾ ਮਤਲਬ ਇਹ ਹੈ ਕਿ ਜਦੋਂ ਕਿਸੇ ਇੱਕ ਪੋਰਟ ਦੇ ਵਿੱਚ ਕੰਪਿਊਟਰ ਤੋਂ ਡਾਟਾ ਜਾਂਦਾ ਹੈ ਤੇ ਉਹ ਕੀ ਕਰੇਗਾ ਡਾਟਾ ਨੂੰ ਕਾਪੀ ਕਰ ਦੇਗਾ ਤੇ ਜਿੰਨੇ ਵੀ ਕੰਪਿਊਟਰ ਇਹਨਾਂ ਪੋਰਟਸ ਨਾਲ ਅਟੈਚ ਹੋਣਗੇ ਉਹ ਸਾਰਿਆਂ ਨੂੰ ਡਾਟਾ ਮਿਲ ਜਾਏਗਾ। ਹਬ ਡਾਟਾ ਵੰਡ ਦੀ ਆਗਿਆ ਵੀ ਦਿੰਦਾ ਹੈ। ਮਤਲਬ ਕਿ ਹਬ ਦੀ ਮਦਦ ਨਾਲ ਡਾਟਾ ਵੀ ਸ਼ੇਅਰ ਕੀਤਾ ਜਾ ਸਕਦਾ ਹੈ ਤੇ ਹਾਰਡਵੇਅਰ ਵੀ ਸ਼ੇਅਰ ਕੀਤਾ ਜਾ ਸਕਦਾ ਹੈ। ਮੰਨ ਲਓ ਕਿ ਇਸ ਹਬ ਵਿੱਚ ਕਾਫੀ ਕੰਪਿਊਟਰ ਲੱਗੇ ਹੈ ਤੇ ਨਾਲ ਅਸੀਂ ਪ੍ਰਿੰਟਰ ਜੋੜਤਾ ਹੈ। ਹੁਣ ਇਹਦਾ ਫਾਇਦਾ ਕੀ ਹੋਏਗਾ ਜਿੰਨੇ ਵੀ ਕੰਪਿਊਟਰ ਹਬ ਨਾਲ ਜੁੜੇ ਹੈ ਉਹ ਸਾਰੇ ਪ੍ਰਿੰਟਰ ਨੂੰ ਵਰਤ ਸਕਦੇ ਨੇ। ਜੇਕਰ ਕੋਈ ਸਟੈਂਡ ਅਲੋਨ PC ਹੈ ਤੇ ਜਿਹਦੇ ਨਾਲ ਪ੍ਰਿੰਟਰ ਲੱਗਾ ਸਿਰਫ ਉਹ ਕੰਪਿਊਟਰ ਹੀ ਪ੍ਰਿੰਟਰ ਨੂੰ ਵਰਤ ਸਕੇਗਾ ਜਿਹਦੇ ਨਾਲ ਪ੍ਰਿੰਟਰ ਜੁੜਿਆ ਬਾਕੀ ਉਹਨੂੰ ਨਹੀਂ ਵਰਤ ਸਕਦੇ। ਬਟ ਹਬ ਦਾ ਫਾਇਦਾ ਇਹ ਹੈ ਕਿ ਇਹਦੇ ਨਾਲ ਕੋਈ ਵੀ ਮਹਿੰਗਾ ਯੰਤਰ ਪ੍ਰਿੰਟਰ ਸਕੈਨਰ ਕੁਝ ਵੀ ਜੋੜ ਦੋ ਉਹ ਬਾਕੀ ਜਿੰਨੇ ਵੀ ਕੰਪਿਊਟਰ ਨਾਲ ਜੁੜੇ ਹੋਣਗੇ ਹਬ ਨਾਲ ਸਾਰੇ ਉਹਨੂੰ ਵਰਤ ਸਕਣਗੇ। ਤੇ ਨੰਬਰ 2 ਹੈ ਰਾਊਟਰ। ਰਾਊਟਰ ਇੱਕ ਨੈਟਵਰਕ ਯੰਤਰ ਹੈ। ਇਹ ਵੀ ਇੱਕ ਨੈਟਵਰਕ ਯੰਤਰ ਹੈ। ਇਹ ਇੱਕ ਹਾਰਡਵੇਅਰ ਯੰਤਰ ਹੈ ਜੋ ਕੰਪਿਊਟਰ ਨੈਟਵਰਕ ਵਿੱਚ ਵਰਤਿਆ ਜਾਂਦਾ ਹੈ। ਇਹ ਨੈਟਵਰਕ ਵਿੱਚ ਡਾਟੇ ਨੂੰ ਪ੍ਰਾਪਤ ਕਰਦਾ ਹੈ, ਉਸ ਦਾ ਨਿਰੀਖਣ ਕਰਦਾ ਹੈ ਮਤਲਬ ਉਹ ਚੈੱਕ ਕਰਦਾ ਹੈ ਅਤੇ ਡਾਟੇ ਨੂੰ ਨੈਟਵਰਕ ਵਿੱਚ ਅੱਗੇ ਭੇਜਦਾ ਹੈ ਡੈਸਟੀਨੇਸ਼ਨ ਤੇ। ਰਾਊਟਰ ਡਾਟਾ ਪੈਕੇਟਸ ਨੂੰ ਸੋਰਸ ਤੋਂ ਡੈਸਟੀਨੇਸ਼ਨ ਤੇ ਪਹੁੰਚਾਉਣ ਲਈ ਢੁਕਵਾਂ ਰੂਟ ਵੀ ਪ੍ਰਦਾਨ ਕਰਦਾ ਹੈ। ਇੱਥੇ ਡਾਟਾ ਪੈਕੇਟ ਦਾ ਮਤਲਬ ਕੀ ਹੈ ਕਿ ਜਦੋਂ ਕੋਈ ਵੀ ਡਾਟਾ ਅਸੀਂ ਨੈਟਵਰਕ ਵਿੱਚ ਭੇਜਦੇ ਹਾਂ ਤੇ ਉਹ ਡਾਟਾ ਕਿਹਦਾ ਰੂਪ ਲੈ ਲੈਂਦਾ ਇੱਕ ਡਾਟਾ ਪੈਕੇਟ ਦਾ। ਤੇ ਡਾਟਾ ਪੈਕੇਟ ਦੇ ਅੰਦਰ ਐਡਰੈਸ ਵੀ ਹੁੰਦਾ ਸੋਰਸ ਅਤੇ ਡੈਸਟੀਨੇਸ਼ਨ ਦਾ ਤੇ ਉਹਦੇ ਨਾਲ ਇਨਫੋਰਮੇਸ਼ਨ ਵੀ ਹੁੰਦੀ ਹੈ ਜੋ ਆਪਾਂ ਭੇਜਣੀ ਹੋਵੇ। ਉਦਾਹਰਨ ਵਜੋਂ ਰਾਊਟਰ ਦੀ ਵਰਤੋਂ ਇੰਟਰਨੈਟ ਅਤੇ ਕਿਸੇ ਵੀ ਸੰਗਠਨ ਦੇ ਨੈਟਵਰਕ ਦੇ ਵਿਚਕਾਰ ਕੀਤੀ ਜਾਂਦੀ ਹੈ। ਮੰਨ ਲਓ ਕਿਸੇ ਕੰਪਨੀ ਦਾ ਕੋਈ ਨੈਟਵਰਕ ਹੈ ਤੇ ਇੰਟਰਨੈਟ ਹੈ ਉਹਦੇ ਵਿਚਕਾਰ ਸੰਬੰਧ ਬਣਾਉਣਾ ਹੈ ਨੈਟਵਰਕ ਬਣਾਉਣਾ ਹੈ ਤੇ ਉਹਦੇ ਲਈ ਰਾਊਟਰ ਵਰਤਿਆ ਜਾਂਦਾ ਹੈ ਤੇ ਇਸ ਨੂੰ ਰੂਟਰ ਵੀ ਕਿਹਾ ਜਾਂਦਾ ਹੈ। ਜੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ISP ਮਤਲਬ ਇੰਟਰਨੈਟ ਸਰਵਿਸ ਪ੍ਰੋਵਾਈਡਰ ਕਿ ਜਿਹੜੀ ਕੰਪਨੀ ਦਾ ਅਸੀਂ ਨੈਟ ਯੂਜ਼ ਕਰਦੇ ਪਏ ਹਾਂ ਉਸ ਕੰਪਨੀ ਦਾ ਮੋਡਮ ਲਵਾਇਆ ਹੈ। ਮੰਨ ਲਓ ਕਿ ਸਾਡੇ ਕੋਲ ਕੰਪਿਊਟਰ ਲੈਬ 'ਚ BSNL ਦਾ ਮੋਡਮ ਲੱਗਿਆ ਅਸੀਂ ਨਾਲ ਰਾਊਟਰ ਲਗਾਤਾ। ਰਾਊਟਰ ਨਾਲ ਕੀ ਹੋ ਗਿਆ ਕਿ ਇਸ ਦੀ ਰੇਂਜ ਵੱਧ ਜਾਏਗੀ ਤੇ ਜਿੰਨੇ ਵੀ ਕੰਪਿਊਟਰ ਰਾਊਟਰ ਦੀ ਰੇਂਜ 'ਚ ਆਉਣਗੇ ਉਹ ਇਸ ਨੂੰ ਯੂਜ਼ ਕਰ ਸਕਦੇ ਨੇ। ਤੇ ਜੇਕਰ ਤੁਹਾਡਾ ਮੋਡਮ ਵਾਈਫਾਈ ਹੈ ਤਾਂ ਤੁਸੀਂ ਵਾਈਫਾਈ ਨਾਲ ਵੀ ਆਪਣਾ ਲੈਪਟਾਪ ਜਾਂ ਮਸ਼ੀਨ ਐਡ ਕਰ ਸਕਦੇ ਹੋ। ਨੰਬਰ 3 ਹੈ ਬ੍ਰਿਜ। ਇਹ ਵੀ ਇੱਕ ਨੈਟਵਰਕਿੰਗ ਯੰਤਰ ਹੈ। ਇੱਕ ਅਜਿਹਾ ਯੰਤਰ ਹੈ ਜੋ ਦੋ ਵੱਖਰੇ ਲੋਕਲ ਏਰੀਆ ਨੈਟਵਰਕਾਂ ਨੂੰ ਆਪਸ ਵਿੱਚ ਜੋੜਨ ਲਈ ਵਰਤਿਆ ਜਾਂਦਾ ਹੈ। ਤੇ ਲੋਕਲ ਏਰੀਆ ਨੈਟਵਰਕ ਦਾ LAN ਤੇ ਜਿਸ ਨੂੰ ਈਥਰਨੈਟ ਵੀ ਬੋਲਦੇ ਹੈ। ਜੇ ਵੱਖ-ਵੱਖ ਕਿਸਮ ਦੇ ਨੈਟਵਰਕਾਂ ਨੂੰ ਆਪਸ ਵਿੱਚ ਜੋੜਨਾ ਹੈ ਤੇ ਉਹਦੇ ਲਈ ਬ੍ਰਿਜ ਵਰਤਿਆ ਜਾਂਦਾ ਹੈ। ਬ੍ਰਿਜ OSI ਮਾਡਲ ਦੀ ਡਾਟਾ ਲਿੰਕ ਲੇਅਰ ਤੇ ਕੰਮ ਕਰਦਾ ਹੈ। ਇਹ ਡਾਟਾ ਲਿੰਕ ਲੇਅਰ ਤੇ ਡਾਟਾ ਪੈਕੇਟਸ ਨੂੰ ਫਿਲਟਰਿੰਗ ਦਾ ਕੰਮ ਵੀ ਕਰਦਾ ਹੈ। ਮਤਲਬ ਕਿ ਇਹ ਨੈਟਵਰਕ ਤੇ ਬਣਾਉਂਦਾ ਹੀ ਹੈ ਉਹਦੇ ਨਾਲ ਪੈਕੇਟ ਫਿਲਟਰ ਵੀ ਕਰਦਾ ਹੈ। ਇਹ ਦੋ ਪੋਰਟ ਯੰਤਰ ਹੈ। ਦੋ ਪੋਰਟ ਦਾ ਮਤਲਬ ਇਹ 'ਚ ਸਿੰਗਲ ਇਨਪੁਟ ਪੋਰਟ ਹੁੰਦੀ ਹੈ ਤੇ ਸਿੰਗਲ ਆਊਟਪੁੱਟ ਪੋਰਟ ਹੁੰਦੀ ਹੈ। ਇਹ ਤੁਸੀਂ ਦੇਖ ਰਹੇ ਹੋ ਕਿ ਨੀਚੇ ਸਾਡੇ ਕੋਲ ਇੱਕ ਹਬ ਲੈਫਟ ਸਾਈਡ ਤੇ ਦਿਖਾਈ ਦੇ ਰਹੀ ਹੈ ਉਹਦਾ ਨੈਟਵਰਕ ਹੈ ਤੇ ਇੱਕ ਹਬ ਰਾਈਟ ਸਾਈਡ ਤੇ ਦਿਖਾਈ ਦੇ ਰਹੀ ਹੈ ਉਹਦਾ ਨੈਟਵਰਕ ਹੈ। ਇਹ ਦੋਨਾਂ ਨੈਟਵਰਕਾਂ ਨੂੰ ਵੱਖ-ਵੱਖ ਹੈ। ਇਹਨਾਂ ਨੂੰ ਆਪਸ ਵਿੱਚ ਜੋੜਨ ਲਈ ਜਿਹੜਾ ਯੰਤਰ ਵਰਤਿਆ ਜਾਏਗਾ ਉਸਨੂੰ ਕੀ ਕਿਹਾ ਜਾਏਗਾ
ब्रिज। ਤੇ क्वेश्चन नंबर 2 है अनगाइडेड मीडिया की हुंदा है, किसी दो मीडिया बारे लिखो। इसनूं अनबाउंडेड मीडिया भी कहा जाता है। इस मीडिया विच डाटा के संचार लई हवाई रस्ता वरतिया जाता है। इसनूं वायरलैस संचार भी कहा जाता है। मतलब कि जदों आपां तारां दी वरतों करदे हां वो गाइडेड मीडिया हुंदा है, जदों तारां दी वरतों नहीं करदे वो की हुंदा है अनगाइडेड मीडिया। जिद्दां रेडियो तरंगां, रेडियो वेव्स जिन्हों बोलते हैं, माइक्रोवेव सिग्नल, सैटेलाइट सिग्नल, वाईफाई, ब्लूटूथ आदि। ਇਹ ਤੁਸੀਂ ਦੇਖ ਰਹੇ ਹੋ ਸੈਟੇਲਾਈਟ। ਸੈਟੇਲਾਈਟ 'ਚ ਕੀ ਹੁੰਦਾ ਕਿ ਡਿਸ਼ ਐਂਟੀਨਾ ਜਿੱਦਾਂ ਸਾਡੀ ਛੱਤ ਤੇ ਲੱਗੇ ਦਾ ਹੈ ਤੇ 45,000 ਕਿਲੋਮੀਟਰ ਧਰਤੀ ਦੇ ਉੱਪਰ ਉਹਨਾਂ ਨੇ ਸੈਟੇਲਾਈਟ ਸੈੱਟ ਕਰ ਦਿੰਦੇ ਆ, ਜਿੱਦਾਂ ਸਾਡੇ ਟੀਵੀ ਦੇ ਚੈਨਲ ਆਉਂਦੇ ਆ। ਉਸ ਸੈਟੇਲਾਈਟ ਤੋਂ ਜਿਹੜੇ ਸਿਗਨਲ ਡਿਸ਼ ਨੂੰ ਆਣਗੇ ਉਹ ਅੱਗੇ ਪਾਸ ਹੁੰਦੇ ਜਾਣਗੇ ਤੇ ਜਿੱਥੇ-ਜਿੱਥੇ ਉਹਦੇ ਰੇਂਜ ਵਿੱਚ ਡਿਸ਼ ਲੱਗਾ ਹੋਏਗਾ ਉੱਥੇ ਉਹ ਨੈਟਵਰਕ ਕਲੀਅਰ ਹੁੰਦਾ ਜਾਏਗਾ ਤੇ ਚੱਲਦਾ ਜਾਏਗਾ। ਵਾਈਫਾਈ ਤੁਹਾਡੇ ਮੋਬਾਈਲ ਵਿੱਚ ਹੁੰਦਾ, ਤੁਸੀਂ ਦੇਖਿਆ ਹੋਣਾ ਕਿ ਕਈ ਵਾਰ ਤੁਹਾਡਾ ਨੈਟ ਪੈਕ ਖਤਮ ਹੋ ਜਾਂਦਾ ਹੈ, ਆਪਣੀ ਫਰੈਂਡ ਨੂੰ ਬੋਲਦੇ ਹੋ ਕਿ ਮੈਨੂੰ ਆਪਣਾ ਹੌਟਸਪੌਟ ਔਨ ਕਰ ਤੇ ਤੁਹਾਨੂੰ ਨੈਟ ਮਿਲ ਜਾਂਦਾ ਹੈ, ਦੈਟ ਇਜ਼ ਵਾਈਫਾਈ। ਤੇ ਵਾਈਫਾਈ ਅੱਜ ਕੱਲ੍ਹ ਮੋਬਾਈਲ ਵਿੱਚ, ਲੈਪਟਾਪ ਵਿੱਚ ਤੇ ਜਿੰਨੀਆਂ ਵੀ ਇਲੈਕਟ੍ਰੋਨਿਕ ਡਿਵਾਈਸਿਸ ਆ ਰਹੀਆਂ, ਚਾਹੇ ਸਮਾਰਟ ਟੀਵੀ ਆ, ਉਹਨਾਂ 'ਚ ਵੀ ਆ ਰਿਹਾ। ਤੇ ਬਲੂਟੁੱਥ ਵੀ ਦੇਖਿਆ ਹੋਣਾ ਕਿ ਤੁਹਾਡੇ ਮੋਬਾਈਲ ਵਿੱਚ ਵੀ ਬਲੂਟੁੱਥ ਹੁੰਦਾ ਹੈ ਕਿ ਜੇ ਕੋਈ ਛੋਟੀ ਫਾਈਲ ਲੈਣੀ ਹੈ ਤੇ ਜਾਂ ਕੋਈ ਆਪਣੇ ਫੋਨ ਨੂੰ ਕਿਸੇ ਮਾਈਕ ਨਾਲ ਜਾਂ ਕਿਸੇ ਹੋਰ ਮੋਬਾਈਲ ਨਾਲ ਕਨੈਕਟ ਕਰਨਾ ਹੈ ਤੇ ਉਹ ਵੀ ਕਰ ਸਕਦੇ ਹਾਂ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਾਈਫਾਈ ਦੀ ਕਿ ਦੋ ਜੰਤਰਾਂ ਨੇ ਪੁੱਛੇ। ਇਸ ਦਾ ਪੂਰਾ ਨਾਮ ਵਾਇਰਲੈਸ ਫਿਡੈਲਿਟੀ ਹੈ। ਇਸ ਨੂੰ ਵਾਇਰਲੈਸ ਲੈਨ ਵੀ ਕਿਹਾ ਜਾਂਦਾ ਹੈ। ਇੱਕ ਵਾਇਰਲੈਸ ਟੈਕਨੋਲੋਜੀ ਹੈ। ਇਹ ਲੋਕਲ ਏਰੀਆ ਨੈਟਵਰਕ ਨੂੰ ਬਿਨਾਂ ਤਾਰ ਜਾਂ ਕੇਬਲ ਤੋਂ ਕੰਮ ਕਰਨ ਦੀ ਆਗਿਆ ਦਿੰਦਾ ਹੈ। ਇਹ ਕੰਪਿਊਟਰ, ਮੋਬਾਈਲ ਜਾਂ ਸਮਾਰਟ ਟੀਵੀ ਨੂੰ ਇੰਟਰਨੈਟ ਨਾਲ ਇੰਟਰਫੇਸ ਕਰਨ ਦੀ ਆਗਿਆ ਦਿੰਦਾ ਹੈ। ਤੇ ਵਾਈਫਾਈ ਬਾਰੇ ਤੁਹਾਨੂੰ ਪਹਿਲੇ ਵੀ ਦੱਸ ਚੁੱਕੇ ਹਾਂ ਕਿ ਵਾਈਫਾਈ ਔਨ ਕਰਕੇ ਅਸੀਂ ਕਿਸੇ ਵੀ ਇਲੈਕਟ੍ਰੋਨਿਕ ਡਿਵਾਈਸ ਨਾਲ ਆਪਣੇ ਮੋਬਾਈਲ ਨੂੰ ਜਾਂ ਕੰਪਿਊਟਰ ਨੂੰ ਜੋੜ ਸਕਦੇ ਹਾਂ ਤੇ ਨੈਟ ਵੀ ਯੂਜ਼ ਉਹਦਾ ਕਰ ਸਕਦੇ ਹਾਂ। ਤੇ ਵਾਈਫਾਈ ਦਾ ਆਈਕਨ ਕੁਝ ਇਸ ਤਰ੍ਹਾਂ ਨਜ਼ਰ ਆਉਂਦਾ ਹੈ। ਤੇ ਨੰਬਰ 2 ਹੈ ਬਲੂਟੁੱਥ। ਇੱਕ ਕਿਸਮ ਦੀ ਰੇਡੀਓ ਸੰਚਾਰ ਟੈਕਨੋਲੋਜੀ ਹੈ। ਇਹ 'ਚ ਰੇਡੀਓ ਸਿਗਨਲ ਵਰਤੇ ਜਾਂਦੇ ਨੇ। ਇਹ ਇੱਕ ਘੱਟ ਦੂਰੀ ਦੀ ਵਾਇਰਲੈਸ ਟੈਕਨੋਲੋਜੀ ਹੈ ਜੋ ਲੈਪਟਾਪ, ਮੋਬਾਈਲ, ਡਿਜੀਟਲ ਕੈਮਰਾ ਜਾਂ ਹੋਰ ਇਲੈਕਟ੍ਰੋਨਿਕ ਯੰਤਰਾਂ ਵਿਚਕਾਰ ਨੈਟਵਰਕ ਬਣਾਉਣ ਲਈ ਵਰਤੀ ਜਾਂਦੀ ਹੈ। ਬਲੂਟੁੱਥ ਬਾਰੇ ਦੱਸਣਾ ਚਾਹਾਂਗਾ ਕਿ ਜੇਕਰ ਘੱਟ ਦੂਰੀ ਦੇ ਸੰਚਾਰ ਲਈ ਤੁਸੀਂ ਕਿਸੇ ਨੂੰ ਫਾਈਲ ਸ਼ੇਅਰ ਕਰਨੀ ਹੋ, ਡਾਟਾ ਸ਼ੇਅਰ ਕਰਨਾ ਆਪਣੇ ਮੋਬਾਈਲ ਤੋਂ ਦੂਸਰੇ ਮੋਬਾਈਲ ਵਿੱਚ ਜਾਂ ਲੈਪਟਾਪ ਵਿੱਚ ਤੇ ਬਲੂਟੁੱਥ ਨਾਲ ਕਰ ਸਕਦੇ ਹਾਂ। ਬਟ ਬਲੂਟੁੱਥ ਦੀ ਜਿਹੜੀ ਸਪੀਡ ਹੈ ਇਹ ਘੱਟ ਹੁੰਦੀ ਹੈ ਤੇ ਇਹਦੀ ਇੱਕ ਲਿਮਟ ਹੁੰਦੀ ਹੈ ਕਿ ਕੁਝ ਦੂਰੀ ਤੱਕ ਹੀ ਇਹਦੇ ਨਾਲ ਡਾਟਾ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਤੇ ਬਲੂਟੁੱਥ ਦਾ ਆਈਕਨ ਕੁਝ ਇਸ ਤਰ੍ਹਾਂ ਨਜ਼ਰ ਆਉਂਦਾ ਹੈ। ਮੰਨ ਲਓ ਤੁਸੀਂ ਆਪਣੇ ਕੰਪਿਊਟਰ ਨਾਲ ਬਲੂਟੁੱਥ ਦੀ ਮਦਦ ਨਾਲ ਡਾਟਾ ਸ਼ੇਅਰ ਕਰਨਾ ਹੈ ਤਾਂ ਉਹ ਨਹੀਂ ਹੋ ਸਕਦਾ। ਉਹਦੇ ਲਈ ਕੁਝ ਇਸ ਤਰ੍ਹਾਂ ਦੀ ਇੱਕ ਡਿਵਾਈਸ ਆਉਂਦੀ ਹੈ ਜਿਹਨੂੰ ਅਸੀਂ ਆਪਣੇ ਕੰਪਿਊਟਰ ਨਾਲ ਜੋੜ ਕੇ ਡਾਟਾ ਟ੍ਰਾਂਸਫਰ ਕਰ ਸਕਦੇ ਹਾਂ, ਮੋਬਾਈਲ ਤੋਂ ਕੰਪਿਊਟਰ ਤੇ ਕੰਪਿਊਟਰ ਤੋਂ ਮੋਬਾਈਲ। ਤੇ ਪ੍ਰਸ਼ਨ ਨੰਬਰ 3 ਹੈ ਟਵਿਸਟਡ ਪੇਅਰ ਕੇਬਲ ਕੀ ਹੈ, ਇਸ ਦੇ ਫਾਇਦੇ ਅਤੇ ਨੁਕਸਾਨਾਂ ਬਾਰੇ ਲਿਖੋ। ਟਵਿਸਟਡ ਪੇਅਰ ਕੇਬਲ ਇੱਕ ਗਾਈਡਡ ਮੀਡੀਆ ਹੈ। ਇਸ ਦੀ ਵਰਤੋਂ ਨੈਟਵਰਕ ਵਿੱਚ ਡਾਟਾ ਦੇ ਸੰਚਾਰ ਲਈ ਕੀਤੀ ਜਾਂਦੀ ਹੈ। ਇਸ ਵਿੱਚ ਦੋ ਇੰਸੂਲੇਟਡ ਤਾਂਬੇ ਦੀਆਂ ਤਾਰਾਂ ਹੁੰਦੀਆਂ ਹਨ ਜੋ ਸਪਾਇਰਲ ਸ਼ੇਪ ਵਿੱਚ ਆਪਸ ਵਿੱਚ ਜੁੜੀਆਂ ਹੁੰਦੀਆਂ ਹਨ। ਮਤਲਬ ਜੇ ਦੋ ਬੇਟਾ ਕੋਪਰ ਦੀਆਂ ਤਾਰਾਂ ਹੁੰਦੀਆਂ ਨੇ, ਦੋ ਤਾਂਬੇ ਦੀਆਂ ਤਾਰਾਂ ਹੁੰਦੀਆਂ ਨੇ ਜਿਹੜੀਆਂ ਆਪਸ ਵਿੱਚ ਲਪੇਟੀਆਂ ਹੁੰਦੀਆਂ ਨੇ। ਇਸ ਵਿੱਚ ਇੱਕ ਤਾਰ ਦੀ ਵਰਤੋਂ ਡਾਟਾ ਨੂੰ ਭੇਜਣ ਲਈ ਅਤੇ ਦੂਜੀ ਤਾਰ ਦੀ ਵਰਤੋਂ ਅਰਥਿੰਗ ਲਈ ਕੀਤੀ ਜਾਂਦੀ ਹੈ। ਤੁਸੀਂ ਦੇਖ ਰਹੇ ਹੋ ਇਹ 'ਚ ਦੋ ਤਾਰਾਂ ਹੈਗੀਆਂ ਜਿਹੜਾ ਮੈਂ ਬੋਲਿਆ ਕਿ ਇੰਸੂਲੇਟਡ ਤਾਂਬੇ ਦੀਆਂ ਤਾਰਾਂ। ਇਹ ਦੇਖੋ ਇਹ ਤਾਂਬੇ ਦੀ ਤਾਰ ਜਿਹੜੀ ਤੁਹਾਨੂੰ ਕੰਡਕਟਰ ਦੇ ਰੂਪ 'ਚ ਨਜ਼ਰ ਆ ਰਹੀਆਂ ਨੇ। ਇੰਸੂਲੇਟਰ ਦਾ ਮਤਲਬ ਹੈ ਕਿ ਤਾਰਾਂ ਨੰਗੀਆਂ ਨਹੀਂ ਹੁੰਦੀਆਂ, ਕਿਉਂਕਿ ਜੇ ਤਾਰਾਂ ਨੰਗੀਆਂ ਹੋਣਗੀਆਂ ਤਾਂ ਕਰੰਟ ਪੈ ਸਕਦਾ ਹੈ, ਸ਼ੌਕ ਆ ਸਕਦਾ ਹੈ। ਉਹਦੇ ਲਈ ਇਹਦੇ ਉੱਤੇ ਇੱਕ ਪਲਾਸਟਿਕ ਚੜਿਆ ਹੁੰਦਾ ਜਿਹਨੂੰ ਬੋਲਦੇ ਆ ਇੰਸੂਲੇਟਰ। ਤੁਹਾਨੂੰ ਦੱਸਿਆ ਕਿ ਇਹ 'ਚ ਦੋ ਤਾਰਾਂ ਕਿਉਂ ਹੁੰਦੀਆਂ, ਇੱਕ ਤਾਰ ਡਾਟਾ ਨੂੰ ਭੇਜਣ ਲਈ ਤੇ ਦੂਜੀ ਤਾਰ ਅਰਥਿੰਗ ਲਈ। ਤੇ ਕਈ ਵਾਰ ਆਪਾਂ ਵੀ ਕਹਿ ਸਕਦੇ ਹਾਂ ਕਿ ਇੱਕ ਤਾਰ ਸੈਂਟਰ ਲਈ ਤੇ ਇੱਕ ਰਿਸੀਵਰ ਲਈ। ਤੇ ਟੈਲੀਫੋਨ ਨੈਟਵਰਕ ਵਿੱਚ ਪਹਿਲਾਂ ਟਵਿਸਟਡ ਪੇਅਰ ਕੇਬਲ ਦੀ ਵਰਤੋਂ ਹੁੰਦੀ ਸੀ ਤੇ ਅੱਜ ਕੱਲ੍ਹ ਵੀ ਕੁਝ ਜਗ੍ਹਾ ਤੇ ਟਵਿਸਟਡ ਪੇਅਰ ਕੇਬਲ ਦੀ ਵਰਤੋਂ ਟੈਲੀਫੋਨ ਨੈਟਵਰਕ ਵਿੱਚ ਹੁੰਦੀ ਹੈ ਜਿਹੜਾ ਆਪਾਂ ਲੈਂਡਲਾਈਨ ਫੋਨ ਕਾਲ ਵਰਤਦੇ ਹਾਂ। ਨੈਕਸਟ ਹੈ ਟਵਿਸਟਡ ਪੇਅਰ ਕੇਬਲ ਦੇ ਲਾਭ। ਨੰਬਰ 1 ਇਹ ਕੇਬਲ ਸਸਤੀ ਹੁੰਦੀ ਹੈ। ਨੰਬਰ 2 ਇਸ ਨੂੰ ਇੰਸਟਾਲ ਕਰਨਾ ਆਸਾਨ ਹੈ। ਨੰਬਰ 3 ਇਸ ਦੀ ਵਰਤੋਂ ਐਨਾਲੌਗ ਅਤੇ ਡਿਜੀਟਲ ਸਿਗਨਲ ਦੋਵਾਂ ਲਈ ਕੀਤੀ ਜਾ ਸਕਦੀ ਹੈ। ਦੋ ਤਰ੍ਹਾਂ ਦੇ ਸਿਗਨਲ ਹੁੰਦੇ ਨੇ, ਐਨਾਲੌਗ ਹੁੰਦੇ ਜਿਹੜੇ ਕੰਟੀਨਿਊਸ ਸਿਗਨਲ ਹੁੰਦੇ ਆ, ਡਿਜੀਟਲ ਹੁੰਦੇ ਆ 0-1 ਦੀ ਫਾਰਮ 'ਚ। ਬਟ ਅੱਜ ਕੱਲ੍ਹ ਹਰ ਸਿਗਨਲ ਜਿਹੜਾ ਉਹ ਡਿਜੀਟਲ ਹੋ ਗਿਆ। ਤੇ ਨੰਬਰ 4 ਹੈ ਇਸ ਕੇਬਲ ਨੂੰ ਜੋੜਨਾ ਆਸਾਨ ਹੈ ਕਿਉਂਕਿ ਇਹ 'ਚ ਕੋਪਰ ਦੀ ਤਾਰਾਂ ਲੱਗੀਆਂ ਹੁੰਦੇ ਨੇ ਜਿਹਨੂੰ ਆਸਾਨੀ ਨਾਲ ਜੋੜ ਸਕਦੇ ਹਾਂ। ਅੱਗੇ ਹੈ ਨੁਕਸਾਨ। ਪਹਿਲਾ ਇਸ ਦੀ ਵਰਤੋਂ ਘੱਟ ਦੂਰੀ ਦੇ ਸੰਚਾਰ ਲਈ ਕੀਤੀ ਜਾਂਦੀ ਹੈ ਕਿਉਂਕਿ ਜੇ ਵੱਧ ਦੂਰੀ ਦੇ ਸੰਚਾਰ ਲਈ ਕਰਾਂਗੇ ਤੇ ਸਿਗਨਲ ਫੇਂਟ ਹੋ ਜਾਏਗਾ, ਸਿਗਨਲ ਵੀਕ ਹੋ ਜਾਏਗਾ ਤੇ ਡਾਟਾ ਨਹੀਂ ਜਾ ਪਾਏਗਾ।
ਇਸ ਲਈ ਵੱਧ ਦੂਰੀ ਦੇ ਸੰਚਾਰ ਲਈ ਇਸ ਕੇਬਲ ਨਾਲ ਰਿਪੀਟਰ ਦੀ ਵਰਤੋਂ ਕੀਤੀ ਜਾਂਦੀ ਹੈ। ਜੇ ਰਿਪੀਟਰ ਦੀ ਵਰਤੋਂ ਹੁੰਦੀ ਹੈ, ਰਿਪੀਟਰ ਇੱਕ ਨੈਟਵਰਕ ਯੰਤਰ ਹੈ ਜਿਹੜਾ ਸਿਗਨਲ ਨੂੰ ਬੂਸਟ ਕਰਨ ਜਾਂ એનર્ਜੀ ਦੇਣ ਦੇ ਕੰਮ ਆਉਂਦਾ ਹੈ। ਨੰਬਰ 2, ਇਸ ਦਾ ਡਾਟਾ ਰੇਟ ਘੱਟ ਹੈ। ਮਤਲਬ ਇਹਦੇ 'ਚ 2 ਤਾਰਾਂ ਹੁੰਦੀਆਂ, ਤੁਹਾਨੂੰ ਦੱਸ ਚੁੱਕੇ ਹਾਂ, ਜਿਹਦੇ ਕਰਕੇ ਇਹਦੇ ਤੇ ਆਪਾਂ ਘੱਟ ਡਾਟਾ ਭੇਜ ਸਕਦੇ ਹਾਂ। ਜਿਹਦਾ ਇੱਦਾਂ ਵੀ ਕਹਿ ਸਕਦੇ ਹਾਂ ਕਿ ਇਸ ਦੀ ਬੈਂਡਵਿਡਥ ਘੱਟ ਹੁੰਦੀ ਹੈ। ਤੇ ਨੰਬਰ 3 ਹੈ, ਇਹ ਕੇਬਲ ਬਹੁਤ ਪਤਲੀ ਹੋਣ ਕਾਰਨ ਆਸਾਨੀ ਨਾਲ ਟੁੱਟ ਜਾਂਦੀ ਹੈ। ਇਸ ਦੀ ਇੱਕ ਵੀ ਸਮੱਸਿਆ ਹੈ, ਪਤਲੀ ਹੋਣ ਕਾਰਨ ਆਸਾਨੀ ਨਾਲ ਬ੍ਰੇਕ ਹੋ ਜਾਂਦੀ ਹੈ ਤੇ ਜਿਹਦੇ ਨਾਲ ਨੈਟਵਰਕ ਕੰਮ ਕਰਨਾ ਬੰਦ ਕਰ ਦਿੰਦਾ ਹੈ। ਤੇ ਚੌਥਾ ਪ੍ਰਸ਼ਨ ਹੈ, ਫਾਈਬਰ ਆਪਟਿਕ ਕੇਬਲ ਕੀ ਹੈ, ਇਸ ਦੇ ਫਾਇਦੇ ਅਤੇ ਨੁਕਸਾਨਾਂ ਬਾਰੇ ਲਿਖੋ। ਅੱਜ ਕੱਲ੍ਹ ਇਹ ਕੇਬਲ ਬਹੁਤ ਜ਼ਿਆਦਾ ਚੱਲਦੀ ਪਈ ਹੈ, ਜਿਹੜਾ ਹਾਈ ਸਪੀਡ ਨੈਟ ਹੈ ਉਹ ਫਾਈਬਰ ਕਰਕੇ ਪੋਸੀਬਲ ਹੋਇਆ। ਫਾਈਬਰ ਆਪਟਿਕ ਕੇਬਲ ਇੱਕ ਗਾਈਡਡ ਮੀਡੀਆ ਹੈ। ਇਸ ਦੀ ਵਰਤੋਂ ਨੈਟਵਰਕ ਵਿੱਚ ਡਾਟਾ ਦੇ ਸੰਚਾਰ ਲਈ ਕੀਤੀ ਜਾਂਦੀ ਹੈ। ਇਸ ਵਿੱਚ ਬਹੁਤ ਸਾਰੇ ਆਪਟੀਕਲ ਰੇਸ਼ੇ ਹੁੰਦੇ ਹਨ ਜੋ ਕਿ ਕੱਚ ਦੇ ਬਣੇ ਹੁੰਦੇ ਹਨ, ਜੋ ਪਲਾਸਟਿਕ ਦੀ ਜੈਕਟ ਨਾਲ ਕਵਰ ਕੀਤੇ ਹੁੰਦੇ ਹਨ। ਇਹ ਡਾਟਾ ਦੇ ਸੰਚਾਰ ਲਈ ਕੱਚ ਦੇ ਫਾਈਬਰ ਅਤੇ ਰੋਸ਼ਨੀ ਦੀ ਵਰਤੋਂ ਕਰਦੀ ਹੈ। ਮਤਲਬ ਇਹ 'ਚ ਕੱਚ ਦੇ ਫਾਈਬਰ ਬਣੇ ਹੁੰਦੇ ਨੇ ਤੇ ਨਾਲ ਲਾਈਟ ਦੀ ਵਰਤੋਂ ਕਰਦੀ ਹੈ। ਇਸ ਵਿੱਚ ਲੇਜ਼ਰ ਲਾਈਟ ਦੀ ਮਦਦ ਨਾਲ ਸੋਰਸ ਥਾਂ ਤੋਂ ਡੈਸਟੀਨੇਸ਼ਨ ਥਾਂ ਤੇ ਡਾਟਾ ਭੇਜਿਆ ਜਾਂਦਾ ਹੈ। ਮਤਲਬ ਕਿ ਇਹ 'ਚ ਲੇਜ਼ਰ ਲਾਈਟ ਵਰਤੀ ਜਾਂਦੀ ਹੈ, ਜਦਕਿ ਟਵਿਸਟਡ ਪੇਅਰ ਜਿਹੜੀ ਕੇਬਲ ਹੈ ਉਹ 'ਚ ਇਲੈਕਟ੍ਰੋਮੈਗਨੈਟਿਕ ਸਿਗਨਲ ਹੁੰਦੇ ਨੇ ਜਿਹੜੇ ਸਲੋ ਹੁੰਦੇ ਨੇ। ਬਟ ਜਿਹੜੀ ਫਾਈਬਰ ਆਪਟਿਕ ਕੇਬਲ ਜੋ ਆਪਟੀਕਲ ਫਾਈਬਰ ਕੇਬਲ ਹੈ, ਇਹ ਲੇਜ਼ਰ ਲਾਈਟ ਨਾਲ ਕੰਮ ਕਰਦੀ ਹੈ। ਇਹ ਕੇਬਲ ਕੁਝ ਇਸ ਤਰ੍ਹਾਂ ਹੁੰਦੀ ਹੈ, ਇਹਦੇ ਉੱਤੇ ਇੱਕ ਮੋਟੀ ਪਲਾਸਟਿਕ ਦੀ ਜੈਕਟ ਚੜੀ ਹੁੰਦੀ ਜਿਹਨੂੰ ਕੇਬਲ ਜੈਕਟ ਕਹਿੰਦੇ ਹੈ। ਉਹਦੇ ਉੱਤੇ ਕਾਪਰ ਦੀ ਪਾਈਪ ਚੜੀ ਹੁੰਦੀ ਹੈ, ਉਹਦੇ ਉੱਤੇ ਫਿਰ ਇੱਕ ਹੋਰ ਪਲਾਸਟਿਕ ਚੜ੍ਹਾ ਜਿਸਨੂੰ ਕਲੈਡਿੰਗ ਬੋਲਦੇ ਹੈ, ਤੇ ਉਹਦੇ ਅੰਦਰ ਬਿਲਕੁਲ ਫਾਈਬਰ ਹੁੰਦੇ ਨੇ, ਬਿਲਕੁਲ ਪਤਲੇ ਪਤਲੇ। ਤੇ ਜਿਹੜੇ ਫਾਈਬਰ ਹੈ ਇਹ ਸਾਡੇ ਵਾਲਾਂ ਦੇ ਸਾਈਜ਼ ਦੇ ਹੁੰਦੇ ਨੇ ਜੋ ਲਾਈਟ ਜਾਂ ਰੋਸ਼ਨੀ ਨਾਲ ਕੰਮ ਕਰਦੇ ਨੇ। ਤੇ ਜਦੋਂ ਇਹ ਕੇਬਲ ਕੰਮ ਕਰਦੀ ਹੈ ਇਹ ਕੁਝ ਇਸ ਤਰ੍ਹਾਂ ਨਜ਼ਰ ਆਉਂਦੀ ਹੈ। ਤੇ ਤੁਸੀਂ ਦੇਖਿਆ ਹੋਣਾ ਕਿ ਕਈ ਵਾਰ ਤੁਹਾਡੇ ਰੋਡ ਤੇ ਕੰਮ ਚੱਲ ਰਿਹਾ ਹੁੰਦਾ ਹੈ, ਤੁਸੀਂ ਦੇਖਿਆ ਹੋਣਾ ਕਿ ਅੰਡਰਗਰਾਉਂਡ ਤਾਰ ਪਾ ਰਹੇ ਹੁੰਦੇ ਨੇ ਜ਼ਮੀਨ ਦੇ ਹੇਠਾਂ। ਉਹ ਜਿਹੜੀ ਕੇਬਲ ਹੈ ਫਾਈਬਰ ਕੇਬਲ ਹੈ। ਫਾਈਬਰ ਕੇਬਲ ਕੀ ਸਾਨੂੰ ਹਾਈ ਸਪੀਡ ਨੈਟ ਪ੍ਰੋਵਾਈਡ ਕਰਦੀ ਹੈ, ਜਿੱਦਾਂ ਜੀਓ ਫਾਈਬਰ, BSNL ਫਾਈਬਰ ਤੇ ਨੈਟ ਪਲੱਸ ਫਾਈਬਰ ਕੇਬਲ ਜਿਹੜੀ ਹੈ ਉਹਦੀ ਅਸੀਂ ਵਰਤੋਂ ਕਰ ਰਹੇ ਹਾਂ ਅੱਜ ਕੱਲ੍ਹ ਹਾਈ ਸਪੀਡ ਨੈਟ ਲਈ। ਅੱਗੇ ਆ ਫਾਈਬਰ ਆਪਟਿਕ ਕੇਬਲ ਦੇ ਲਾਭ। ਪਹਿਲਾ, ਇਸ ਦੀ ਬੈਂਡਵਿਡਥ ਟਵਿਸਟਰ ਪੇਅਰ ਕੇਬਲ ਨਾਲੋਂ ਵੱਧ ਹੁੰਦੀ ਹੈ। ਮਤਲਬ ਕਿ ਇਸ ਦੀ ਮਦਦ ਨਾਲ ਅਸੀਂ ਵੱਧ ਡਾਟਾ ਜਿਹੜਾ ਹੈ ਉਹ ਟ੍ਰਾਂਸਫਰ ਕਰ ਸਕਦੇ ਹਾਂ, ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਤਾਰਾਂ ਹੁੰਦੀਆਂ ਨੇ, ਜਦਕਿ ਟਵਿਸਟਡ ਪੇਅਰ ਕੇਬਲ 'ਚ ਸਿਰਫ 2 ਤਾਰਾਂ ਹੁੰਦੀਆਂ ਨੇ। ਨੰਬਰ 2, ਇਸ ਕੇਬਲ ਵਿੱਚ ਕੋਈ ਇਲੈਕਟ੍ਰੋਨਿਕ ਦਖਲ ਨਹੀਂ ਹੁੰਦੀ। ਮਤਲਬ ਟਵਿਸਟਡ ਪੇਅਰ ਕੇਬਲ ਵਿੱਚ ਇਲੈਕਟ੍ਰੋਨਿਕ ਇੰਟਰਫੇਰੈਂਸ ਹੁੰਦੀ ਹੈ, ਇਹਦੇ 'ਚ ਕੋਈ ਵੀ ਇਲੈਕਟ੍ਰੋ ਇੰਟਰਫੇਰੈਂਸ ਨਹੀਂ ਹੁੰਦੀ। ਨੰਬਰ 3, ਇਹ ਕੇਬਲ ਛੋਟੇ ਆਕਾਰ ਦੀ ਹੁੰਦੀ ਹੈ ਅਤੇ ਇਸ ਦਾ ਭਾਰ ਵੀ ਘੱਟ ਹੁੰਦਾ ਹੈ। ਨੰਬਰ 4, ਇਸ ਦੀ ਵਰਤੋਂ ਵੱਧ ਦੂਰੀ ਦੇ ਸੰਚਾਰ ਲਈ ਕੀਤੀ ਜਾਂਦੀ ਹੈ। ਅੱਗੇ ਹੈ ਫਾਈਬਰ ਆਪਟਿਕ ਕੇਬਲ ਦੇ ਨੁਕਸਾਨ। ਨੰਬਰ 1, ਇਸ ਦੀ ਕੀਮਤ ਜ਼ਿਆਦਾ ਹੁੰਦੀ ਹੈ। ਇਹ ਇੱਕ ਕੋਸਟਲੀ ਕੇਬਲ ਹੈ, ਜਦਕਿ ਜਿਹੜੀ ਟਵਿਸਟਡ ਪੇਅਰ ਹੈ ਉਹ ਸਸਤੀ ਹੈ। ਨੰਬਰ 2, ਇਸ ਦੀ ਵਰਤੋਂ ਕਰਨਾ ਮੁਸ਼ਕਿਲ ਹੈ, ਜਦਕਿ ਟਵਿਸਟਡ ਪੇਅਰ ਕੇਬਲ ਨੂੰ ਆਸਾਨੀ ਨਾਲ ਅਸੀਂ ਵਰਤ ਸਕਦੇ ਹਾਂ। ਨੰਬਰ 3, ਇਹ ਇੱਕ ਨਵੀਂ ਤਕਨੀਕ ਹੈ ਅਤੇ ਇਸ ਦੀ ਇੰਸਟਾਲੇਸ਼ਨ ਲਈ ਕੁਸ਼ਲ ਲੋਕਾਂ ਦੀ ਘਾਟ ਹੈ। ਤੇ ਨੰਬਰ 5 ਹੈ ਸੰਚਾਰ ਮੋਡ ਕੀ ਹੈ, ਇਸ ਦੀਆਂ ਕਿਸਮਾਂ ਨੂੰ ਪਰਿਭਾਸ਼ਿਤ ਕਰੋ। ਸੰਚਾਰ ਮੋਡ ਨੂੰ ਟਰਾਂਸਮਿਸ਼ਨ ਮੋਡ ਵੀ ਕਿਹਾ ਜਾਂਦਾ ਹੈ। ਸੰਚਾਰ ਮੋਡ ਇੱਕ ਨੈਟਵਰਕ ਵਿੱਚ ਜੁੜੇ 2 ਯੰਤਰਾਂ ਵਿਚਕਾਰ ਡਾਟਾ ਜਾਂ ਸੂਚਨਾ ਨੂੰ ਤਬਦੀਲ ਕਰਨ ਦੀ ਪ੍ਰਕਿਰਿਆ ਹੈ। ਤੇ ਸੰਚਾਰ ਮੋਡ ਨੂੰ ਅਸੀਂ ਕਮਿਊਨੀਕੇਸ਼ਨ ਮੋਡ ਵੀ ਕਹਿ ਸਕਦੇ ਹਾਂ। ਸੰਚਾਰ ਮੋਡ 3 ਕਿਸਮ ਦੇ ਹੁੰਦੇ ਹਨ, ਸਿੰਪਲੈਕਸ ਮੋਡ, ਹਾਫ ਡੁਪਲੈਕਸ ਮੋਡ ਤੇ ਫੁੱਲ ਡੁਪਲੈਕਸ ਮੋਡ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਿੰਪਲੈਕਸ ਮੋਡ ਦੀ। ਇਸ ਮੋਡ ਵਿੱਚ ਸੰਚਾਰ ਇੱਕ ਦਿਸ਼ਾਵੀ ਹੁੰਦਾ ਹੈ, ਜਿਸ ਕਰਕੇ ਇਸ ਨੂੰ ਯੂਨੀ ਡਾਇਰੈਕਸ਼ਨਲ ਮੋਡ ਵੀ ਕਿਹਾ ਜਾਂਦਾ ਹੈ। ਇਸ ਮੋਡ ਵਿੱਚ ਡਾਟਾ ਸਿਰਫ ਇੱਕ ਦਿਸ਼ਾ ਵਿੱਚ ਹੀ ਜਾ ਸਕਦਾ ਹੈ। ਇਸ ਮੋਡ ਵਿੱਚ ਸਿਰਫ ਇੱਕ ਯੰਤਰ ਸਿਗਨਲ ਭੇਜ ਸਕਦਾ ਹੈ ਅਤੇ ਦੂਸਰਾ ਯੰਤਰ ਸਿਰਫ ਸਿਗਨਲ ਪ੍ਰਾਪਤ ਕਰ ਸਕਦਾ ਹੈ। ਉਦਾਹਰਨ ਵਜੋਂ ਟੈਲੀਵਿਜ਼ਨ, ਜਿਹੜਾ ਆਪਾਂ ਟੈਲੀਵਿਜ਼ਨ ਦੇਖਦੇ ਹਾਂ, ਤੁਸੀਂ ਦੇਖਿਆ ਹੋਣਾ ਕਿ ਟੈਲੀਵਿਜ਼ਨ ਤੇ ਜੋ ਪ੍ਰੋਗਰਾਮ ਚੱਲਦਾ ਪਿਆ ਆਪਾਂ ਦੇਖ ਸਕਦੇ ਹਾਂ, ਬਟ ਉਸਦਾ ਰਿਪਲਾਈ ਨਹੀਂ ਕਰ ਸਕਦੇ। ਦੇਖ ਸਕਦੇ ਹੋ ਤੁਸੀਂ ਨੀਚੇ ਡਾਇਗਰਾਮ 'ਚ ਕਿ ਸੈਂਡਰ ਰਿਸੀਵਰ ਨੂੰ ਡਾਟਾ ਭੇਜ ਰਿਹਾ, ਬਟ ਰਿਸੀਵਰ ਸੈਂਡਰ ਦਾ ਰਿਪਲਾਈ ਨਹੀਂ ਕਰ ਸਕਦਾ। ਇਸੇ ਤਰ੍ਹਾਂ ਮੰਨ ਲਓ ਅਸੀਂ ਕੰਪਿਊਟਰ ਤੋਂ ਪ੍ਰਿੰਟਰ ਨੂੰ ਕਮਾਂਡ ਦਿੰਦੇ ਹਾਂ, ਤੇ ਅਸੀਂ ਕੰਪਿਊਟਰ ਤੋਂ ਪ੍ਰਿੰਟਰ ਨੂੰ ਕਮਾਂਡ ਦੇ ਰਹੇ ਹਾਂ, ਬਟ ਪ੍ਰਿੰਟਰ ਕੰਪਿਊਟਰ ਨੂੰ ਕਮਾਂਡ ਨਹੀਂ ਦੇ ਸਕਦਾ, ਤੇ ਉਹ ਵੀ ਇੱਕ ਹੀ ਹੋ ਗਿਆ ਸਿੰਪਲੈਕਸ ਮੋਡ। ਨੰਬਰ 2, ਹਾਫ ਡੁਪਲੈਕਸ ਮੋਡ। ਇਸ ਨੂੰ ਸੈਮੀ ਡੁਪਲੈਕਸ ਮੋਡ ਵੀ ਕਿਹਾ ਜਾਂਦਾ ਹੈ। ਇਸ ਮੋਡ ਵਿੱਚ ਸੰਚਾਰ 2 ਦਿਸ਼ਾਵੀ ਹੁੰਦਾ ਹੈ, ਪਰੰਤੂ ਸੰਚਾਰ ਇੱਕੋ ਸਮੇਂ ਵਿੱਚ ਨਹੀਂ ਹੋ ਸਕਦਾ। ਹੁੰਦਾ ਤਾਂ 2 ਵੇ ਹੈ, ਬਟ ਇੱਕ ਸਮੇਂ ਤੇ ਇੱਕੋ ਡਿਵਾਈਸ ਕਮਿਊਨੀਕੇਟ ਕਰ ਸਕਦੀ ਹੈ।
ਉਦਾਹਰਨ ਵਜੋਂ ਵਾਕੀ ਟਾਕੀ ਸਿਸਟਮ ਦੇਖਣਾ ਹੈ, ਪੁਲਿਸ ਵਾਲੇ ਯੂਜ਼ ਕਰਦੇ ਨੇ। ਵਾਕੀ ਟਾਕੀ ਸਿਸਟਮ ਵਿੱਚ ਇੱਕ ਪਾਸੇ ਤੋਂ ਸੈਂਡਰ ਬੋਲਦਾ ਹੈ ਅਤੇ ਰਿਸੀਵਰ ਸੁਣਦਾ ਹੈ ਅਤੇ ਇੱਕ ਵਿਰਾਮ ਬਾਅਦ ਦੂਸਰਾ ਵਿਅਕਤੀ ਬੋਲਦਾ ਹੈ ਅਤੇ ਪਹਿਲਾ ਵਿਅਕਤੀ ਸੁਣਦਾ ਹੈ। ਮਤਲਬ ਕਿ ਪਹਿਲੇ ਸੈਂਡਰ ਰਿਸੀਵਰ ਨੂੰ ਮੈਸੇਜ ਭੇਜਦਾ ਹੈ, ਉਸ ਤੋਂ ਬਾਅਦ ਰਿਸੀਵਰ ਸੈਂਡਰ ਨੂੰ ਮੈਸੇਜ ਭੇਜਦਾ ਹੈ। ਜਿਹੜਾ ਦੇਖ ਰਹੇ ਹੋ ਤੁਸੀਂ, ਸੈਂਡਰ ਨੇ ਪਹਿਲੇ ਰਿਸੀਵਰ ਨੂੰ ਮੈਸੇਜ ਭੇਜਿਆ, ਫਿਰ ਥੋੜੇ ਵਿਰਾਮ ਤੋਂ ਬਾਅਦ ਰਿਸੀਵਰ ਸੈਂਡਰ ਨੂੰ ਮੈਸੇਜ ਭੇਜੇਗਾ। ਮਤਲਬ ਦੋਨੋਂ ਸੈਂਡਰ ਅਤੇ ਰਿਸੀਵਰ ਆਪਸ ਵਿੱਚ ਕਮਿਊਨੀਕੇਟ ਕਰ ਸਕਦੇ ਨੇ, ਬਟ ਇੱਕੋ ਸਮੇਂ ਤੇ ਨਹੀਂ, ਥੋੜੀ ਆਪਣੀ ਟਰਨ ਤੋਂ ਬਾਅਦ। ਨੰਬਰ 3 ਫੁੱਲ ਡੁਪਲੈਕਸ ਮੋਡ। ਇਸ ਮੋਡ ਵਿੱਚ ਸੰਚਾਰ ਦੋ ਦਿਸ਼ਾਵੀ ਹੁੰਦਾ ਹੈ। ਇਹ ਸੰਚਾਰ ਇੱਕੋ ਸਮੇਂ ਵਿੱਚ ਦੋ ਦਿਸ਼ਾਵਾਂ ਵਿੱਚ ਹੋ ਸਕਦਾ ਹੈ। ਇਸ ਦਾ ਅਰਥ ਇਹ ਹੈ ਕਿ ਸੈਂਡਰ ਅਤੇ ਰਿਸੀਵਰ ਦੋਵੇਂ ਇੱਕੋ ਸਮੇਂ ਤੇ ਇੱਕ ਦੂਜੇ ਨੂੰ ਡਾਟਾ ਭੇਜ ਸਕਦੇ ਹਨ। ਇਹ ਸੰਚਾਰ ਕਰਨ ਦਾ ਸਭ ਤੋਂ ਤੇਜ਼ ਤਰੀਕਾ ਹੈ, ਉਦਾਹਰਨ ਵਜੋਂ ਟੈਲੀਫੋਨ ਸਿਸਟਮ ਜਾਂ ਮੋਬਾਈਲ। ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਡਬਲ ਐਰੋ ਹੈ। ਡਬਲ ਐਰੋ ਦਾ ਮਤਲਬ ਸੈਂਡਰ ਅਤੇ ਰਿਸੀਵਰ ਦੋਨੋਂ ਇੱਕ ਸਮੇਂ ਤੇ ਆਪਸ ਵਿੱਚ ਕਮਿਊਨੀਕੇਸ਼ਨ ਕਰ ਸਕਦੇ ਨੇ, ਜਾਂ ਸਿਗਨਲ ਭੇਜ ਸਕਦੇ ਨੇ, ਜਾਂ ਡਾਟਾ ਭੇਜ ਸਕਦੇ ਨੇ। ਤੇ ਅੱਜ ਲਈ ਇੰਨਾ ਹੀ। ਅਗਲੀ ਵਾਰੀ ਫਿਰ ਕਿਸੇ ਨਵੇਂ ਟੌਪਿਕ ਨਾਲ ਮਿਲਾਂਗੇ। ਜੇਕਰ ਤੁਹਾਡੀ ਕੋਈ ਕੁਐਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਟੀਚਰ ਦੀ ਮਦਦ ਲੈ ਸਕਦੇ ਹੋ। ਧੰਨਵਾਦ।